श्री नानक पग पंकज वंदन पंकज वंदन सिमरंगद दोख निकंदन श्री अमरदास हृदय नित ध्यान हृदय नित ध्यान श्री गुरु रामदास गुण श्री अर्जन विगन के नाशक विगन के नाशक श्री हरगोविंद सुपात परभाषक श्री हरे राय नमो कर जोरी नमो कर जोरी श्री हरि तेग परम कृपाली परम कृपाल श्री गुरु गोविंद सिंह तहरू तरा गुण मन सीसा जी मन सीसा बंदो बार जगदीसा जिसमें अमृत ज्ञान है मार्ग भगत बैराग श्री गुरु ग्रंथ साहिब बंदो कर अनुराग एक अंकारा सतगुरु तेह प्रसाद सच होए वाहिगुरु जी की फतेह है बिघ्न विनाशन सोए वाहिगुरु जी की फतेह है बिघ्न विनाशन सोए। दोहरान कर कर उजरै कर कर वसै कर कर होवै नारू कर कर पूजा कर कमंड कर कर होए मर सारू। वाहिगुरु जी का खालसा वाहिगुरु जी की फतेह। परम सम्मान सत्कारयोग साहिब कमाल गुरता गुरगद्दी ते सभाईमान धन श्री गुरु ग्रंथ साहिब महाराज जी दे पावन पवित्र चरण कमलों विखे सभाईमान सतसंगी जनों वड्डे भागा वाले हाँ जो गुरु चरणों दे विच सत संगत दा लाहा लै रहे हैं। संगत जी आप जी ने श्रवण किया कि पहाड़ी राजे जो सन गुरु साहब जी के कोलों हार खा के निराश फिर मुड़ गए अपना बड़ा जानी और माली नुकसान उन्होंने करवाया। इधर सतगुरु जी जित प्राप्त करने तो बाद आनंदपुर साहब आए। इतों तक इतिहास आप संगतां ने श्रवण किया। अज एक विशेष दिहाड़ा सर्व संगतां नूं बाबा मुढ़ा जी उन्होंने प्रकाश दिहाड़े दियां लख लख बधाइयां होण। माता
ਗੋਰਾ ਜੀ ਦੀ ਕੁੱਖ ਤੋਂ ਭਾਈ ਸੁੱਘਾ ਜੀ ਦੇ ਗ੍ਰਹਿ ਵਿਖੇ ਕੱਥੂ ਨੰਗਲ ਦੀ ਧਰਤੀ ਤੇ 1506 ਈਸਵੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਜਨਮ ਲਿਆ। ਉਹਨਾਂ ਦਾ ਨਾਮ ਰੱਖਿਆ ਬੂੜਾ। ਇੱਕ ਦਿਨ ਉਮਰ ਸੀ ਉਹਨਾਂ ਦੀ 12 ਸਾਲ ਦੀ ਤੇ ਮੱਝਾਂ ਚਰਾ ਰਹੇ ਸਨ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਆ ਕੇ ਮਿਲੇ। ਸਤਿਗੁਰਾਂ ਦੀ ਸੇਵਾ ਵਿੱਚ ਆਪਣੀਆਂ ਮੱਝਾਂ ਦਾ ਦੁੱਧ ਚੋ ਕੇ ਸੇਵਾ ਵਿੱਚ ਭੇਟਾ ਕੀਤਾ ਤੇ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਕਹਿਣ ਲੱਗੇ, ਬਾਲਕਾ, ਉਮਰ ਭਾਵੇਂ ਤੇਰੀ ਛੋਟੀ ਹੈ ਪਰ ਗੱਲਾਂ ਬੜੀਆਂ ਸਿਆਣੀਆਂ, ਸਮਝਦਾਰ, ਸੂਝਵਾਨਾਂ ਵਾਲੀਆਂ ਕਰਦਾ ਪਿਆ। ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਕਹਿੰਦਾ, ਤੇਰਾ ਜਦੋਂ ਨਾਮ ਪੁੱਛਿਆ, ਕਹਿੰਦੇ ਜੀ ਨਾਮ ਮੇਰਾ ਬੂੜਾ। ਕਹਿੰਦੇ, ਬੂੜਾ ਨਹੀਂ, ਤੇਰਾ ਨਾਮ ਤੇ ਬੁੱਢਾ ਹੋਣਾ ਚਾਹੀਦਾ। ਸੋ ਸੰਗਤ ਜੀ ਉਦੋਂ ਤੋਂ ਸੇਵਾ ਵਿੱਚ ਲੱਗ ਗਏ। ਲਗਾਤਾਰ 125 ਸਾਲ ਦੀ ਉਮਰ ਤੱਕ ਉਹ ਰਹੇ ਨੇ। 12 ਸਾਲ ਦੀ ਉਮਰ ਛੱਡ ਕੇ 113 ਸਾਲ ਦੀ ਉਮਰ ਗੁਰੂ ਘਰ ਦੀ ਸੇਵਾ ਦੇ ਵਜੋਂ ਨਿਭਾਈ ਹੈ। ਇਹਨੇ ਪੂਰਨ ਪੁਰਸ਼ ਬ੍ਰਹਮ ਗਿਆਨੀ 6 ਪਾਤਸ਼ਾਹੀਆਂ ਤੱਕ ਗੁਰਗੱਦੀ ਦਾ ਤਿਲਕ ਵੀ ਲਾਇਆ। 5 ਪਾਤਸ਼ਾਹੀਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਆਰੰਭ ਤੋਂ ਹੀ ਗੁਰੂ ਸਨ। ਆਪ ਜੀ ਦੇ ਕਰ ਕਮਲਾਂ ਦੇ ਨਾਲ, ਬਚਨਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ। ਆਪ ਜੀ ਦੀ ਕੁੱਲ ਵਿੱਚੋਂ 10 ਪਾਤਸ਼ਾਹੀਆਂ ਨੂੰ, 9 ਪਾਤਸ਼ਾਹੀਆਂ ਨੂੰ ਗੁਰਿਆਈ ਦਾ ਤਿਲਕ ਲਾਉਂਦੇ ਰਹੇ ਨੇ। ਉਹ ਆਪ ਜੀ ਦੀ ਕੁੱਲ ਵਿੱਚੋਂ ਹੀ ਸਨ। ਆਪ ਬਾਬਾ ਬੁੱਢਾ ਸਾਹਿਬ ਜੀ ਗੁਰਬਾਣੀ ਦੇ ਬੜੇ ਰਸੀਏ ਸਨ। ਬੜੇ ਪਿਆਰ ਤੇ ਬੜੇ ਸਤਿਕਾਰ ਨਾਲ ਗੁਰਬਾਣੀ ਪੜ੍ਹਦੇ ਰਹੇ ਤੇ ਗੁਰੂ ਸਾਹਿਬ ਜੀ ਨੇ ਜਦੋਂ ਪਹਿਲਾ ਪ੍ਰਕਾਸ਼ ਕੀਤਾ, ਉਹਨਾਂ ਨੂੰ ਮੁੱਖ ਗ੍ਰੰਥੀ ਨਿਯੁਕਤ ਕੀਤਾ। ਇਤਿਹਾਸਕ ਹੋਰ ਬਹੁਤ ਸੇਵਾਵਾਂ ਹਨ। ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਪੂਰਾ ਯੋਗਦਾਨ ਉਹਨਾਂ ਨੇ ਪਾਉਣਾ ਕੀਤਾ। ਆਪਣੇ ਹੱਥਾਂ ਦੇ ਨਾਲ ਇਹ ਸਭ ਕੁਝ ਬਣਾਇਆ ਗੁਰੂ ਸਾਹਿਬ ਜੀ ਨੇ ਜਿਵੇਂ ਜਿਵੇਂ ਆਦੇਸ਼ ਕੀਤੇ ਸਨ। ਸੋ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਸੇਵਾਵਾਂ ਕਰਦੇ ਰਹੇ। 125 ਸਾਲ ਦੀ ਉਮਰ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਰਹਿ ਕੇ, ਜੀਵਨ ਕਾਲ ਦੇ ਵਿੱਚ ਰਹਿ ਕੇ, ਔਰ 113 ਸਾਲ ਦੀ ਉਮਰ ਗੁਰੂ ਨਾਨਕ ਦੇ ਚਰਨਾਂ ਵਿੱਚ ਰਹਿ ਕੇ ਬਤੀਤ ਕੀਤੀ ਹੈ। ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਸਰਬੱਤ ਸੰਗਤਾਂ ਲੱਖ ਲੱਖ ਵਧਾਈਆਂ। ਆਓ ਹੁਣ ਅੱਗੇ ਆਪਾਂ ਗੁਰ ਇਤਿਹਾਸ ਸਰਵਣ ਕਰੀਏ ਕਿ ਕਿਵੇਂ ਕਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੋ ਵੀ ਇਸ ਪਹਾੜੀ ਰਾਜਿਆਂ ਦੇ ਸੰਬੰਧ ਵਿੱਚ ਉਹਨਾਂ ਨੇ ਵਿਚਾਰਾਂ ਹੋਈਆਂ ਹਨ। ਗੁਰੂ ਸਾਹਿਬ ਉਹ ਸਭ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਪ੍ਰਥਮ ਖਾਲਸਾ ਰਾਜ ਦੀ ਗੱਲ ਚੱਲਦੀ ਪਈ ਹੈ ਸੰਗਤ ਜੀ। ਖਾਲਸਾ ਕਿਵੇਂ ਖਾਲਸਾ ਹੈ ਤੇ ਖਾਲਸੇ ਦੀ ਮਹਾਨਤਾ ਕਿਵੇਂ ਹੈ, ਅੱਖਰੀ ਅਰਥ ਵੀ ਸਤਿਗੁਰਾਂ ਨੇ ਦੱਸਣੇ ਕੀਤੇ ਸਨ। ਆਓ ਅੱਗੇ ਸਰਵਣ ਕਰੀਏ ਜੀ। ਦੋਹਰਾ ਘਰ ਘਰ ਉਜੜੈ, ਘਰ ਘਰ ਵਸੈ, ਘਰ ਘਰ ਰੋਵੈ ਨਾਰ। ਕਹਿੰਦੇ ਘਰ ਘਰ ਉਜੜੇਗਾ ਤੇ ਘਰ ਘਰ ਵਸੇਗਾ। ਘਰ ਘਰ ਦੇ ਵਿੱਚ ਇਸਤਰੀਆਂ ਰੋਵਣਗੀਆਂ, ਇਸਤਰੀਆਂ ਵਿਰਲਾਪ ਕਰਨਗੀਆਂ, ਬਹੁਤ ਜ਼ਿਆਦਾ ਰੋ ਕਰਕੇ, ਦੁਹਾਈ ਪਾ ਕਰਕੇ ਸਾਰਿਆਂ ਨੂੰ ਦੱਸਣਗੀਆਂ। ਘਰ ਘਰ ਪੂਜਾ, ਘਰ ਘਮੰਡ, ਘਰ ਘਰ ਹੋਏ ਮਰਸਾਰ। ਕਹਿੰਦੇ ਘਰ ਘਰ ਵਿੱਚ ਪੂਜਾ ਹੋਏਗੀ, ਪਰ ਘਰ ਘਰ ਦੇ ਵਿੱਚ ਮਸਾਣਾ ਵੀ ਬਣਨਗੀਆਂ। ਆਪਾਂ ਦੇਖਦੇ ਹਾਂ ਵੀ ਘਰ ਘਰ ਦੇ ਵਿੱਚ ਅੱਜ ਕੱਲ੍ਹ ਇਹ ਰੀਤੀ ਚੱਲ ਪਈ ਹੈ। ਹਰ ਕੋਈ 4 ਗਿੱਟਾਂ ਲਾ ਕੇ ਕਹਿ ਦਿੰਦਾ ਜੀ ਸਾਡੇ ਸਿੱਧ ਪੀਰ ਨੇ, ਸਾਡੇ ਸ਼ਹੀਦ ਨੇ, ਜਾਂ ਕੋਈ ਇਤਿਹਾਸਕ। ਕਹਿੰਦੇ ਵੀ ਇਸ ਤਰ੍ਹਾਂ ਘਰ ਘਰ ਹੋਣ ਲੱਗ ਜਾਏਗਾ, ਮਸਾਣਾ ਨਿਕਲ ਪੈਣਗੀਆਂ। ਹਰ ਕੋਈ ਕਹੇਗਾ ਜੀ ਇਹ ਸਾਡੇ ਨਾਂ ਦੇ ਨੇ, ਇਹ ਸਾਡੇ ਪਰਿਵਾਰਕ ਨੇ, ਸਾਡੇ ਪਿੱਤਰ ਨੇ। ਇਹੋ ਜਿਹੀਆਂ ਰੀਤਾਂ ਚੱਲਣਗੀਆਂ, ਪਰ ਖਾਲਸਾ ਇਹਨਾਂ ਰੀਤਾਂ ਨੂੰ ਸੰਗਤ ਜੀ ਕਦੇ ਵੀ ਨਹੀਂ ਮੰਨਦਾ। ਚਰੰਕਾਲ ਲਉ ਰਾਜ ਕਮਾਵੈ, ਪਾਛੈ ਪੁੰਨ ਮਲੇਸ਼ ਵੱਧ ਜਾਵੈ। ਕਹਿੰਦੇ ਵੀ ਖਾਲਸਾ ਬੜਾ ਚਿਰੰਕਾਲ ਤੱਕ ਰਾਜ ਕਰੇਗਾ, ਪਰ ਖਾਲਸੇ ਦੇ ਰਾਜ ਵਿੱਚ ਨਾਲ ਦੀ ਨਾਲ ਮਲੇਸ਼ ਨੇ ਜਿਹੜੇ, ਜਿਨ੍ਹਾਂ ਦੀ ਬਿਰਤੀ ਕਹਿ ਲਓ ਵੀ ਜਿਵੇਂ ਪਹਿਲਾਂ ਮਸੰਦ ਸੀ ਗੁਰੂ ਸਾਹਿਬ ਦੇ ਸਮੇਂ, ਉਹ ਮਸੰਦ ਜਿਹੜੇ ਗੁਰੂ ਸਾਹਿਬ ਜੀ ਨੇ ਸਾੜੇ ਵੀ ਸਨ।
ਜਿਹੜੇ ਮਾਇਆ ਦੇ ਪ੍ਰੇਮੀ ਬਣ ਗਏ ਸਨ। ਗੁਰੂ ਸਾਹਿਬ ਨੇ ਪ੍ਰਚਾਰ ਕਰਨ ਵਾਸਤੇ ਮਸੰਦ ਬਾਹਰ ਪ੍ਰਚਾਰ ਕਰਨ ਵਾਸਤੇ ਭੇਜੇ, ਲੋਕਾਂ ਦੇ ਕੋਲ ਕਾਰ ਭੇਟਾਵਾ ਉਗਰਾ ਕੇ ਲਿਆਉਂਦੇ, ਪਰ ਸਾਰੇ ਜਾਣੇ ਭੇਟਾ ਨਹੀਂ ਸਨ ਕਰਦੇ। ਸਾਰੀ ਮਾਇਆ ਕੁਝ ਕੁ ਆਪਣੇ ਕੋਲ ਰੱਖ ਲੈਂਦੇ, ਬਾਕੀ ਗੁਰੂ ਸਾਹਿਬ ਜੀ ਨੂੰ ਦਿੰਦੇ ਸੀ। ਫਿਰ ਹੌਲੀ ਹੌਲੀ ਕੀ ਹੋਣ ਲੱਗਾ, ਸਾਰੀ ਹੀ ਰੱਖਣ ਲੱਗ ਗਏ। ਜਦੋਂ ਸਾਰੀ ਰੱਖਣ ਲੱਗ ਗਏ, ਇਸ ਗੱਲ ਦਾ ਫਿਰ ਗੁਰੂ ਸਾਹਿਬ ਨੂੰ ਪਤਾ ਲੱਗਾ। ਫਿਰ ਉਹ ਮਸੰਦ ਸਤਿਗੁਰਾਂ ਨੇ ਸਾੜੇ ਵੀ ਸਾਰੇ ਕਹਿੰਦੇ ਬਲੇਸ਼ ਵੀ ਹੋਣਗੇ ਖਾਲਸਾ ਫੌਜ ਦੇ ਵਿੱਚ, ਤੇ ਕੁਰਬਾਨੀ ਵਾਲੇ ਵੀ ਹੋਣਗੇ। ਜਿਹੜੇ ਸੰਗਤ ਜੀ ਇਹੋ ਜਿਹੀਆਂ ਕੁਰਬਾਨੀਆਂ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ, ਤੁਹਾਨੂੰ ਸਾਰਾ ਕੁਝ ਇਹ ਪ੍ਰਤੱਖ ਇੱਥੇ ਦਿਖਾਈ ਦੇਵੇਗਾ। ਗੁਰੂ ਸਾਹਿਬ ਜੀ ਤੇ 18ਵੀਂ ਸਦੀ ਤੱਕ ਦੀ ਗੱਲ ਕਰ ਰਹੇ ਸਨ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਦਾ ਰਾਜ, ਕਿ ਕਿੰਨਾ ਕੁਝ ਇਸ ਭਾਰਤ ਵਰਸ਼ ਦੇ ਵਿੱਚ ਹੋਵੇਗਾ। ਪਰ ਇਹਨਾਂ ਸਾਰੇ ਰਾਜਾਂ ਦੇ ਵਿੱਚੋਂ ਜਿਹੜਾ ਖਾਲਸਾ ਰਾਜ ਹੈ ਉਹਨੂੰ ਸਭ ਤੋਂ ਸਿਰਮੌਰ ਗਿਣਿਆ ਜਾਵੇਗਾ। ਕਲਯੁਗ ਘੋਰ ਹੋਏ ਜਿਸ ਕਾਲ, ਨੇ ਕਲੰਕ ਤਵ ਤੇਜ ਬਸਾਲ। ਜਿਸ ਸਮੇਂ ਘੋਰ ਕਲਯੁਗ ਹੋਏਗਾ, ਘੋਰ ਕਲਯੁਗ ਦੇ ਵਿੱਚ ਤੇ ਨਿਰ ਕਲੰਕ ਤੇ ਵਿਸ਼ਾਲ ਤੇਜ ਰਾਜ ਨੂੰ ਜਿਹੜੇ ਮੰਨਣਗੇ ਉਹ ਖਾਲਸਾ ਫੌਜ ਹੈ। ਸਾਧ ਸੰਗਤ ਜੀ, ਪਿਛਲੇ ਦਿਨੇ ਇੱਕ ਖੋਜ ਕੀਤੀ ਗਈ ਹੈ, ਪੂਰੇ ਵਿਸ਼ਵ ਪੱਧਰ ਤੇ ਨਾ ਖੋਜ ਕੀਤੀ ਅੰਗਰੇਜ਼ਾਂ ਨੇ। ਉਹਨਾਂ ਅੰਗਰੇਜ਼ਾਂ ਨੇ ਖੋਜ ਦੇ ਵਿੱਚ ਕੀ ਲੱਭਿਆ, ਕਹਿੰਦੇ ਵੀ ਸਭ ਤੋਂ ਵਧੀਆ ਰਾਜ ਭਾਰਤ ਦਾ ਹੋਇਆ, ਅੰਗਰੇਜ਼ਾਂ ਦਾ ਹੋਇਆ, ਮੁਸਲਮਾਨਾਂ ਦਾ ਹੋਇਆ, ਹਿੰਦੂਆਂ ਦਾ ਹੋਇਆ, ਜਾਂ ਕਿਸੇ ਹੋਰ ਸੰਪਰਦਾਇ ਦਾ ਜਾਂ ਕਿਸੇ ਹੋਰ ਕੌਮ। ਤੇ ਉਹਦੇ ਵਿੱਚ ਕਹਿੰਦੇ ਵੀ ਜਿਹੜੇ 57 ਨੰਬਰ ਮਿਲੇ ਉਹ ਮਿਲੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ। 57 ਨੰਬਰ 100 ਦੇ ਵਿੱਚੋਂ। ਬਾਕੀਆਂ ਨੂੰ ਕਿਸੇ ਨੂੰ 10 ਮਿਲੇ ਨੇ, ਕਿਸੇ ਨੂੰ 4 ਮਿਲੇ ਨੇ, ਕਿਸੇ ਨੂੰ 20 ਮਿਲੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 57 ਨੰਬਰ ਮਿਲੇ। ਹੁਣੀ ਜਸਟ ਥੋੜੇ ਕੁ ਦਿਨ ਦੀ ਗੱਲ, ਥੋੜੇ ਕੁ ਸਮੇਂ ਦੀ ਗੱਲ ਹੈ, ਇਹ ਇੰਸਪੈਕਸ਼ਨ ਦੁਬਾਰਾ ਹੋਈ। ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 57 ਨੰਬਰ ਮਿਲੇ ਨੇ। ਤੇ ਅੰਗਰੇਜ਼ ਫਿਰ ਨਾ ਆਪਣੇ ਮੱਥੇ ਤੇ ਹੱਥ ਮਾਰ ਕੇ ਰੋਏ ਸੀ, ਕਹਿੰਦੇ ਵੀ ਇੱਕ ਧਰਮੀ ਰਾਜੇ ਦਾ ਰਾਜ ਅਸੀਂ ਖਤਮ ਕੀਤਾ। ਇੰਨਾ ਕੁ ਧਰਮੀ ਸੀ, ਅੰਗਰੇਜ਼ ਵੀ ਉਹਦੇ ਕੋਲ ਆ ਕੇ ਨੌਕਰੀਆਂ ਮੰਗਦੇ ਸਨ। ਆਪਣਾ ਰੁਪਇਆ ਜਿਹੜਾ ਅੱਜ 87 ਜਾਂ 88 ਰੁਪਏ ਡਾਲਰ ਦੇ ਮੁਕਾਬਲੇ ਹੋ ਗਿਆ, ਇਹ ਉਲਟ ਸੀਗਾ। ਰੁਪਈਆ ਆਪਣਾ ਇੰਨਾ 87 ਸੀਗਾ, ਡਾਲਰ ਘੱਟ ਸੀ, ਉਲਟ ਸੀਗਾ। ਦੇਖੋ, ਸੋਨੇ ਦੀਆਂ ਮੋਹਰਾਂ ਚੱਲਦੀਆਂ ਸਨ, ਉਹ ਸੋਨਾ ਹੀ ਹੁੰਦਾ ਸੀ ਨਾ ਜ਼ਿਆਦਾ। ਅੱਜ ਵੀ ਜਿਹੜੀ ਇੰਡੀਅਨ ਕਰੰਸੀ ਹੈ ਜਾਂ ਕਿਸੇ ਵੀ ਦੇਸ਼ ਦੀ ਕਰੰਸੀ ਹੈ, ਉਹਨੂੰ ਨਾਪ ਤੋਲ ਕਿਹਦੇ ਨਾਲ ਕੀਤਾ ਜਾਂਦਾ, ਸੋਨੇ ਦੇ ਨਾਲ ਕੀਤਾ ਜਾਂਦਾ। ਅੱਜ ਵੀ ਕਹਿੰਦੇ ਹਿੰਦੂ ਮੰਦਿਰਾਂ ਦੇ ਵਿੱਚ, ਜਿਵੇਂ ਆਪਾਂ ਪਿਛਲੇ ਵਿਚਾਰ ਵਿੱਚ ਭਾਈ ਸਾਹਿਬ ਤੋਂ ਸੁਣਿਆ ਸੀ ਨਾ, ਵੀ ਮੰਦਿਰਾਂ ਦੇ ਵਿੱਚ ਇੰਨਾ ਸੋਨਾ ਪਿਆ ਵੀ ਜੇ ਸੋਨਾ ਕਹਿੰਦੇ ਸਾਰੇ ਦਾ ਸਾਰਾ ਪੂਰੇ ਭਾਰਤ ਵਰਸ਼ ਨੂੰ ਦਾਨ ਕਰ ਦੇਣ ਨਾ, ਤੇ ਅੰਗਰੇਜ਼ ਲੋਕ ਫਿਰ ਇੱਥੇ ਰਾਜ ਕਰਨ ਵਾਸਤੇ ਆਉਣਗੇ ਕਿਸੇ ਸਮੇਂ ਵੀ। ਇਹ ਫਿਰ ਉੱਚਾ ਚੜ ਜਾਏਗਾ ਜੇ ਦੇਣ, ਜੇ ਇਸ ਚੀਜ਼ ਨੂੰ ਖੋਜਿਆ ਜਾਵੇ, ਇਸ ਚੀਜ਼ ਨੂੰ ਵਿਚਾਰਿਆ ਜਾਵੇ। ਹਿੰਦੁਸਤਾਨ ਦੀ ਸਰਕਾਰ ਜਾਂ ਕੋਈ ਵੀ ਸਰਕਾਰਾਂ ਇਸ ਚੀਜ਼ ਦੀ ਖੋਜ ਕਰਨ, ਇਸ ਚੀਜ਼ ਦਾ ਹੱਲ ਲੱਭਣ, ਇਹ ਫਿਰ ਦੁਬਾਰਾ ਉਲਟ ਹੋ ਸਕਦਾ ਹੈ। ਸੋ ਖਾਲਸਾ ਰਾਜ ਕਰੇਗਾ, ਪਰ ਕੁਰੀਤੀਆਂ ਵੀ ਜ਼ਿਆਦਾ ਹੋਣਗੀਆਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਕੱਲੇ ਅੰਗਰੇਜ਼ਾਂ ਕਰਕੇ ਨਹੀਂ ਗਿਆ, ਉਹਦੇ ਵਿੱਚ ਦੋਗਲੇ ਬੰਦੇ ਵੀ ਸਨ ਜਿਨ੍ਹਾਂ ਨੇ ਦੋਗਲੀ ਨੀਤੀ ਅਪਣਾਈ, ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਵਾਉਣ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ। ਤੇ ਸੰਗਤ ਜੀ, 16ਵੀਂ ਸਦੀ ਦੇ ਵਿੱਚ ਅੰਗਰੇਜ਼ ਭਾਰਤ ਵਿੱਚ ਆ ਗਏ ਸਨ। 16ਵੀਂ ਸਦੀ ਦੇ ਨਵਾਬ ਸਿਰਾਜੂਦੌਲਾ ਦੇ ਨਾਲ ਵਪਾਰ ਕਰਨ ਵਾਸਤੇ ਆਏ। 1839 ਤੱਕ ਪੰਜਾਬ ਵੱਲ ਵੇਖ ਨਹੀਂ ਸਕੇ, ਕਬਜ਼ਾ ਕਰਨ ਦੀ ਤਾਂ ਦੂਰ ਦੀ ਗੱਲ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਫਿਰ ਉਹਨਾਂ ਨੇ ਆ ਕੇ ਸੰਗਤ ਜੀ ਕਬਜ਼ਾ ਕੀਤਾ। ਉਸ ਤੋਂ ਪਹਿਲਾਂ ਕਿਸੇ ਦਾ ਹੀਲਾ ਨਹੀਂ ਸੀ ਪੈਂਦਾ, ਕਿਸੇ ਦਾ ਹੀਲਾ ਨਹੀਂ ਸੀ ਪੈਂਦਾ ਵੀ ਪੰਜਾਬ ਦੇ ਰਾਜ ਵੱਲ ਵੇਖ ਸਕੇ। ਹੁਣ ਤਾਂ ਸੀਮਾ ਵੀ ਛੋਟੀਆਂ ਕਰਤੀਆਂ, ਬਹੁਤ ਕੁਝ ਕਹਿੰਦੇ ਵੀ ਉਹ ਪੰਜਾਬ ਤੇ ਪਹਿਲਾਂ ਵਾਲਾ
ਰਿਹਾ ਨਹੀਂ ਸੰਗਤ ਜੀ, ਪਰ ਰਾਜ ਗੁਰੂ ਸਾਹਿਬ ਕਹਿੰਦੇ ਖਾਲਸਾ ਜ਼ਰੂਰ ਕਰੇਗਾ ਜੀ। ਇਸ ਪ੍ਰਕਾਰ ਗੁਰ ਸਫਲ ਸੁਨਾਇਓ, ਸੁਨ ਸਿੰਘਨ ਸਾਹਿਬ ਸੀਸ ਨਵਾਇਓ। ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਸਾਰਿਆਂ ਨਾਲ ਸਾਂਝੇ ਕੀਤੇ। ਕਹਿੰਦੇ ਇਹ ਖਾਲਸੇ ਰਾਜ ਦੇ ਵਿੱਚ ਹੋਏਗਾ। ਇਸ ਤਰ੍ਹਾਂ ਖਾਲਸਾ ਫੌਜ ਆ ਕਰਕੇ ਰਾਜ ਕਰੇਗੀ, ਪਰ ਇਹਨਾਂ ਦੇ ਵਿੱਚ ਸੂਈਏ ਵੀ ਹੋਣਗੇ, ਇਹਨਾਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਰਲਣ ਵਾਲੇ ਵੀ ਹੋਣਗੇ। ਸਤਿਗੁਰਾਂ ਨੇ ਸੁਣਾਈ, ਸਿੰਘਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼੍ਰੋਮਣੀ ਖਾਲਸੇ ਦੀ ਵਿਚਾਰ ਸਰਵਣ ਕੀਤੀ। ਗੁਰਬਖਸ਼ ਸਿੰਘ ਸ਼ੁਭ ਕਥਾ, ਸਿੱਖ ਸਰੋਤਾ ਪ੍ਰੇਮੀ ਸੁਣ ਤਥਾ। ਭਾਈ ਗੁਰਬਖਸ਼ ਸਿੰਘ ਨੇ ਸਾਰੀ ਕਥਾ ਕਹੀ, ਸਿੱਖ ਸਰੋਤਿਆਂ ਨੇ ਬੜੇ ਪਿਆਰ ਦੇ ਨਾਲ ਇਹ ਸਰਵਣ ਕੀਤੀ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਜੀ। ਦੋਹਰਾ ਰਾਮਦਾਸ ਬੋਲ ਰਾਮ ਕੋਇਰ, ਗੁਰ ਉਕਤੀ ਕਹਿ ਚੁੱਪ। ਰਾਮਦਾਸ ਕੁਲ ਦੀ ਸਾਰੀ ਗੁਰ ਕਥਾ ਕਹਿ ਕੇ ਫਿਰ ਭਾਈ ਰਾਮ ਕੋਇਰ ਜੀ ਵੀ ਚੁੱਪ ਹੋ ਗਏ। ਕਹਿਤੇ ਲਗੀ ਸਮਾਦ ਪਦ ਲਈ ਗੁਪਤ ਰਸ ਗੁਪ। ਕਹਿੰਦੇ ਆਹੀ ਗੁਰੂ ਚਰਨਾਂ ਵਿੱਚ ਸਮਾਧੀ ਲੱਗ ਗਈ, ਸੁਰਤ ਜੁੜ ਗਈ, ਲੀਨ ਹੋ ਗਏ, ਗੁਪਤ ਰਸ ਦੇ ਵਿੱਚ ਹੋ ਗਏ। ਜਿਵੇਂ ਕਿਸੇ ਦੀ ਸਮਾਧੀ ਲੱਗ ਜਾਂਦੀ, ਜਿਵੇਂ ਕੋਈ ਇਕਾਗਰ ਹੋ ਜਾਂਦਾ ਹੈ, ਜਿਵੇਂ ਬਿਲਕੁਲ ਕੋਈ ਟਿਕ ਜਾਂਦਾ ਹੈ। ਭਾਈ ਰਾਮ ਕੋਇਰ ਜੀ ਸਨ ਜਿਹੜੇ, ਜਿਨ੍ਹਾਂ ਦਾ ਆਪਾਂ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਬਾਬਾ ਬੁੱਢਾ ਜੀ ਉਹਨਾਂ ਦੀ ਕੁੱਲ ਦੇ ਵਿੱਚੋਂ ਸਨ ਰਾਮ ਕੋਇਰ ਜੀ। ਇੱਥੇ ਗੁਰਬਖਸ਼ ਸਿੰਘ ਵੀ ਨਾਂ ਲਿਖਿਆ ਨਾ, ਦੋਨੇ ਨਾਂ ਇੱਕੋ ਬੰਦੇ ਦੇ, ਦੋ ਵੱਖਰੇ ਨਹੀਂ, ਇੱਕੋ ਹੀ ਹੈ। ਰਾਮ ਕੋਇਰ ਪਹਿਲਾ ਨਾਂ ਸੀ। ਜਦੋਂ ਅੰਮ੍ਰਿਤ ਛਕਿਆ ਗਿਆ, ਅੰਮ੍ਰਿਤ ਛਕਣ ਤੋਂ ਬਾਅਦ ਇਹਨਾਂ ਦਾ ਨਾਮ ਫਿਰ ਗੁਰਬਖਸ਼ ਸਿੰਘ ਰੱਖਿਆ ਗਿਆ। ਤੇ ਸੰਗਤ ਜੀ ਇਹੀ ਗੁਰਬਖਸ਼ ਸਿੰਘ ਅਖੀਰਲੇ ਸਮੇਂ ਤੱਕ, ਜਦੋਂ ਗੁਰੂ ਸਾਹਿਬ ਨਾਂਦੇੜ ਦੀ ਧਰਤੀ ਤੇ ਗਏ ਨੇ, ਉੱਥੇ ਸਤਿਗੁਰਾਂ ਨੇ ਜਦੋਂ ਆ 5 ਪੈਸੇ ਨਾਰੀਅਲ ਰੱਖਿਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਹੈ, ਤੇ ਉਦੋਂ ਗੁਰਬਖਸ਼ ਸਿੰਘ ਨੇ ਬਾਕੀ ਰਸਮਾਂ ਉੱਥੇ ਨਿਭਾਈਆਂ। ਗੁਰੂ ਦਸ਼ਮੇਸ਼ ਪਿਤਾ ਜੀ ਨੂੰ ਵੀ ਭਾਈ ਰਾਮ ਕੋਇਰ ਜੀ ਨੇ ਗੁਰਗੱਦੀ ਦੀ ਜੋ ਤਿਲਕ ਲਾਇਆ ਜਾਂ ਰਸਮ ਨਿਭਾਈ ਹੈ, ਉਹ ਭਾਈ ਰਾਮ ਕੋਇਰ ਜੀ ਨਿਭਾਈ ਹੈ। ਪਰ ਉਦੋਂ ਨਾਮ ਗੁਰਬਖਸ਼ ਸਿੰਘ ਨਹੀਂ, ਉਦੋਂ ਨਾਮ ਕੀ ਹੈ? ਰਾਮ ਕੋਇਰ ਜਾਂ ਕੌਰ ਕਹਿ ਲਓ, ਰਾਮ ਕੋਇਰ ਸੀਗਾ ਵੈਸੇ, ਇਹ ਉਦੋਂ ਨਾਮ ਰਾਮ ਕੋਇਰ ਹੀ ਹੈ। ਤੇ ਜਦੋਂ 1708 ਦੇ ਵਿੱਚ ਨੇ, ਉਦੋਂ ਨਾਮ ਕੀ ਹੈ? ਗੁਰਬਖਸ਼ ਸਿੰਘ। ਉਹ ਗੁਰੂ ਦਸ਼ਮੇਸ਼ ਪਿਤਾ ਜੀ ਨੇ ਫਿਰ ਅੰਮ੍ਰਿਤਧਾਰੀ, ਫਿਰ ਉਹਨਾਂ ਨੂੰ ਬਣਾ ਕੇ ਗੁਰਬਖਸ਼ ਸਿੰਘ ਨਾਮ ਉਹਨਾਂ ਦਾ ਰੱਖਿਆ ਸੀ। ਉਹ ਸਮਾਧੀ ਲੱਗ ਗਈ, ਬਿਲਕੁਲ ਟਿਕਾ ਦੇ ਵਿੱਚ ਆ ਗਏ ਜੀ। ਕਲਵਤਾਰਾ ਪੜ ਸੁਨੇ ਕਲਯੁਗ ਤਾਂ ਕਾ ਦਾਸ। ਜਿਹੜਾ ਵੀ ਸਿੱਖ ਕਲਯੁਗ ਦਾ ਵਰਤਾਰਾ ਪੜੇ ਸੁਣੇਗਾ, ਕਲਯੁਗ ਤਾਂ ਉਸਦਾ ਦਾਸ ਬਣ ਜਾਏਗਾ। ਆਪ ਪਕੈ ਭਗਤੀ ਜਗੈ ਧਨ ਸਿੱਖ ਕੀ ਆਸ। ਪਾਪ ਭੱਜ ਜਾਣਗੇ, ਭਗਤੀ ਜਾਗੇਗੀ। ਐਸਾ ਸਿੱਖ ਜਿਹੜਾ ਨਾ ਬੜਾ ਧਨ ਹੋ ਜਾਏਗਾ, ਕਿਉਂਕਿ ਸਿੱਖੀ ਦੀ ਪ੍ਰਾਪਤੀ ਹੋਣੀ ਕੋਈ ਸਾਧਾਰਨ ਗੱਲ ਨਹੀਂ ਸੰਗਤ ਜੀ। ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਸਿੱਖੀ ਦੀ ਆਸ ਹਮੇਸ਼ਾ ਬੱਝੀ ਰਹੀ ਜੀ। ਇਤਕ ਦਿਨ ਬੀਤੇ ਬਾਹਰ ਬੈਠੇ ਸਵਾ ਮਝਾਰ। ਕਈ ਦਿਨ ਬਤੀਤ ਹੋ ਗਏ ਫਿਰ ਇਸ ਤਰ੍ਹਾਂ, ਤੇ ਬੜੇ ਟਿਕਾ ਦੇ ਨਾਲ ਇਹ ਦਿਨ ਬਤੀਤ ਹੋਏ। ਫਿਰ ਇੱਕ ਦਿਨ ਸਤਿਗੁਰੂ ਜੀ ਸਭਾ ਲਗਾ ਕੇ ਬੈਠੇ। ਹੁਣ ਜਦੋਂ ਕੋਈ ਸਿਧਾਂਤ ਦੀ ਗੱਲ ਦੱਸਦੇ ਸੀ ਗੁਰੂ ਸਾਹਿਬ, ਉਦੋਂ ਫਿਰ ਸਭਾ ਲਾ ਕੇ ਸਾਰੇ ਬੈਠ ਜਾਂਦੇ ਸੀ ਵੀ ਅੱਜ ਕੋਈ ਸਿਧਾਂਤ ਦੀ ਗੱਲ ਹੈ, ਅੱਜ ਕੋਈ ਗੁਰੂ ਦੀ ਗੱਲ ਦੱਸਣੀ ਹੈ ਤੁਹਾਨੂੰ, ਅੱਜ ਕੋਈ ਵਿਸ਼ੇਸ਼ ਜੋ ਵਿਚਾਰ ਹੋਣੀ ਹੈ ਉਹ ਤੁਹਾਨੂੰ ਦੱਸਣੀ ਹੈ। ਵਿਸ਼ੇਸ਼ ਵਿਚਾਰ ਜਦੋਂ ਕਰਦੇ ਸਨ ਸਤਿਗੁਰੂ ਜੀ, ਉਦੋਂ ਸਿੱਖਾਂ ਦੀ ਫਿਰ ਸਭਾ ਲਾ ਲੈਂਦੇ ਸਨ, ਤੇ ਫਿਰ ਕੱਲੇ ਕੱਲੇ ਤੋਂ ਪੁੱਛਣਾ, ਆਪ ਵੀ ਦੱਸੀ ਜਾਣਾ, ਕੁਝ ਨਾ ਕੋਈ ਨਿਰਣੇ ਵੀ ਕਰੀ ਜਾਣੇ। ਉਹ ਰਾਮ ਕੋਇਰ ਜੀ ਸਨ, ਜਦੋਂ ਬਚਪਨ ਦੇ ਵਿੱਚ ਹੀ ਸਨ ਗੁਰੂ ਸਾਹਿਬ, ਉਦੋਂ ਤੋਂ ਹੀ ਗੁਰੂ ਪਦਵੀ ਤੇ ਉਹਨਾਂ ਨੂੰ ਸਭਾਈਮਾਨ ਉਹਨਾਂ ਨੇ ਕੀਤਾ ਸੀ ਬਚਪਨ ਤੋਂ ਹੀ। ਉਦੋਂ ਤੱਕ ਫਿਰ ਜਦੋਂ ਗੁਰਬਖਸ਼ ਸਿੰਘ ਬਣੇ ਨੇ 1699 ਵਿਸਾਖੀ ਵਾਲੇ ਦਿਨ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਗੁਰਬਖਸ਼ ਸਿੰਘ ਬਣੇ ਨੇ ਰਾਮ ਕੋਇਰ ਤੋਂ।
ਫਿਰ ਗੁਰਗੱਦੀ ਦਾ ਤਿਲਕ ਲਾਇਆ। ਸੋ ਕਹਿੰਦੇ ਸਿੱਖੀ ਜਿਹੜੀ ਹੈ ਨਾ ਕਮਾਉਣੀ, ਕਹਿੰਦੇ ਬਹੁਤ ਕਠਿਨ ਹੈ, ਪਰ ਜਿਨ੍ਹਾਂ ਨੇ ਕਮਾਈ ਹੈ ਉਹ ਧਨ ਨੇ ਉਹ ਜਿਨ੍ਹਾਂ ਦੀ ਇਹ ਸਿੱਖੀ ਜਿਨ੍ਹਾਂ ਨੇ ਕਮਾਈ ਹੈ, ਉਹ ਗੁਰੂ ਦੇ ਪਿਆਰੇ ਨੇ, ਗੁਰੂ ਦੇ ਪੂਰਨ ਸਿੱਖ ਨੇ। ਹੁਣ ਕਿੰਨੇ ਦਿਨ ਬਤੀਤ ਹੋਏ, ਫਿਰ ਸਤਿਗੁਰੂ ਜੀ ਸਭਾ ਲਗਾ ਕੇ ਬੈਠੇ ਜੀ। ਰਬਾਬੀ ਕੀਰਤਨ ਸੁੰਦਰ ਸ਼ਬਦ ਉਚਾਰ, ਰਬਾਬੀ ਜਨ ਕੀਰਤਨ ਕਰਦੇ ਨੇ ਤੇ ਮੁਖ ਤੋਂ ਗੁਰਬਾਣੀ ਦੇ ਸੁੰਦਰ ਸੁੰਦਰ ਸ਼ਬਦ ਉਚਾਰਦੇ ਨੇ ਜੀ। ਰਾਮ ਕੋਇਰ ਨਿਜ ਤਿਆਗ ਸਮਾਦ, ਹਿਰਦੇ ਧਿਆਨ ਧਰ ਗੁਰੂ ਅਗਾਧ। ਰਾਮ ਕੋਇਰ ਜੀ ਨੇ ਫਿਰ ਸਮਾਧੀ ਨੂੰ ਖੋਲਿਆ, ਜਿਹੜੀ ਸਮਾਧੀ ਗੁਰੂ ਦੇ ਧਿਆਨ ਵਿੱਚ ਲੱਗੀ ਸੀ। ਅਗਾਧ ਗੁਰੂ ਜੀ ਦਾ ਧਿਆਨ ਜੁੜ ਗਿਆ, ਬਿਲਕੁਲ ਅਖੰਡ, ਜਿਵੇਂ ਕਹਿ ਲਓ ਵੀ ਖੜੇ ਨੇ, ਇੱਕਦਮ ਸਮਾਧੀ ਦੇ ਵਿੱਚ ਲੀਨ ਹੋ ਗਏ। ਬੜੇ ਸਮੇਂ ਇਸ ਤਰ੍ਹਾਂ ਹੀ ਬੈਠੇ ਰਹੇ, ਫਿਰ ਸਮਾਧੀ ਦੇ ਵਿੱਚੋਂ ਬਾਹਰ ਆਏ ਜੀ। ਸੰਗਤ ਗਾਨਾ ਸਿੰਘ ਜੇ ਸਰੋਤਾ, ਸੁਣ ਸੁਣ ਸਭ ਕੇ ਅਨੰਦ ਦੋਤਾ। ਸਿੰਘ ਸੰਗਤ ਤੇ ਹੋਰ ਜਿੰਨੇ ਵੀ ਸਰੋਤੇ ਸਿੰਘ ਸਨ, ਇਹ ਸੁਣ ਕੇ ਆਨੰਦ ਪਹਿਲੇ ਪ੍ਰਾਪਤ ਕਰਦੇ ਸਨ, ਇਹ ਹੋਰ ਆਨੰਦ ਪ੍ਰਾਪਤ ਕਰਨ ਦੇ ਲਈ ਫਿਰ ਤੋਂ ਕੋਲ ਆਏ ਜੀ। ਸਤਿਗੁਰ ਕਥਾ ਕਰਨ ਲਗ ਭਾਈ, ਗੁਰ ਸੇਵਕ ਕੇ ਤਨ ਮਨ ਭਾਈ। ਭਾਈ ਰਾਮ ਕੋਇਰ ਜੀ ਸਤਿਗੁਰੂ ਜੀ ਦੀ ਕਥਾ ਕਰਦੇ ਰਹੇ, ਗੁਰਸੇਵਕਾਂ ਦੇ ਤਨ ਮਨ ਨੂੰ ਇਹ ਕਥਾ ਬਹੁਤ ਚੰਗੀ ਲੱਗਦੀ। ਭਗਤ ਗਿਆਨ ਤੇ ਗੁਰ ਜੋਈ, ਸਿੱਖੀ ਹਰ ਵਿਰਾਗ ਮੈਂ ਕੋਈ। ਕਿਉਂਕਿ ਰਾਮ ਕੋਇਰ ਜੀ ਭਗਤੀ ਔਰ ਗਿਆਨ ਦੇ ਵਿੱਚ ਪੂਰਨ ਸਨ। ਸਿੱਖੀ ਦੀ ਬੜੀ ਘਾਲਣਾ ਕਮਾਈ ਕੀਤੀ ਹੈ, ਤੇ ਸਿੱਖੀ ਦੀ ਘਾਲਣਾ ਕਮਾਈ ਪੂਰਨ ਗਿਆਨ ਦੇ ਹੁੰਦੇ ਵੀ ਉਹਨਾਂ ਕੋਲ ਵੈਰਾਗ ਨਹੀਂ ਸੀ। ਪ੍ਰੇਮਾ ਭਗਤੀ ਤੋਂ ਬਿਨਾ ਵੈਰਾਗ ਨਹੀਂ, ਵੈਰਾਗ ਤੋਂ ਬਿਨਾ ਸਿੱਖੀ ਨਹੀਂ ਕਮਾਈ ਨਹੀਂ। ਸੰਗਤ ਜੀ ਸਭ ਤਰ੍ਹਾਂ ਦੇ ਗੁਣ ਕਹਿ ਲਓ ਜਿਹੜੇ ਵੀ ਇੱਕ ਗੁਰਸਿੱਖ, ਪੂਰਨ ਗੁਰਸਿੱਖ ਦੇ ਵਿੱਚ ਹੋਣੇ ਚਾਹੀਦੇ ਨੇ, ਜੋ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਹੋਏ ਗੁਰਸਿੱਖ ਸਨ, ਜਿਹੜੇ ਗੁਣ ਉਹਨਾਂ ਵਿੱਚ ਹੋਣੇ ਚਾਹੀਦੇ ਸਨ, ਉਹੀ ਗੁਣਾਂ ਦੇ ਨਾਲ ਉਹ ਭਰਪੂਰ ਸਨ ਜੀ। ਸਦੋ ਮਧੂ ਦੋਨੋਂ ਭਰਾਤਾ, ਗਾਵੇਂ ਰਾਗ ਸੁਰ ਕੇ ਗਿਆਤਾ। ਸਦੂ ਮਧੂ ਦੋਨੇ ਸੁਰਾਂ ਦੇ ਗਿਆਤਾ ਸਨ। ਢਾਡੀ ਵੀ ਕਿਹਾ ਇਹਨਾਂ ਨੂੰ ਉਸ ਸਮੇਂ ਦੇ ਰਾਗੀ ਰਬਾਬੀ ਵੀ ਕਿਹਾ। ਸਦੂ ਤੇ ਮਧੂ ਦੋਨੇ ਭਰਾ ਸਨ, ਰਾਗੀ ਰਬਾਬੀ ਸਨ, ਤੇ ਬੜੇ ਰਾਗ ਵਿੱਚ ਬੜੇ ਵਧੀਆ ਢੰਗ ਦੇ ਨਾਲ ਕੀਰਤਨ ਕਰਨ ਵਾਲੇ ਸਨ, ਤੇ ਗੁਰੂ ਦੇ ਸਾਨੂੰ ਕਿਰਿਆ ਕਰਕੇ ਕੀਰਤਨ ਕਰਦੇ ਸਨ ਜੀ। ਬਿਲਾਵਲ ਚੌਂਕੀ ਚਾਰ, ਭੋਗ ਪਾਏ ਅਰਦਾਸ ਉਚਾਰ। ਫਿਰ ਬਿਲਾਵਲ ਦੀ ਚੌਂਕੀ ਉਹਨੂੰ ਸੰਪੂਰਨ ਕੀਤਾ। ਬਿਲਾਵਲ ਦੀ ਚੌਂਕੀ ਜਦੋਂ ਅੰਮ੍ਰਿਤ ਵੇਲੇ, ਆਪਾਂ ਦਰਬਾਰ ਸਾਹਿਬ ਦੀ ਗੱਲ ਦੱਸਦੇ ਹਾਂ, ਆਸਾ ਕੀ ਵਾਰ ਦਾ ਭੋਗ ਪੈਂਦਾ ਹੈ, ਅਰਦਾਸ ਹੁੰਦੀ ਹੈ, ਹੁਕਮਨਾਮਾ ਹੁੰਦਾ ਹੈ। ਉਸ ਹੁਕਮਨਾਮੇ ਤੋਂ ਬਾਅਦ ਜਿਹੜੀ ਚੌਂਕੀ ਸ਼ੁਰੂ ਹੁੰਦੀ ਹੈ, ਕੀਰਤਨ ਸ਼ੁਰੂ ਹੁੰਦਾ ਹੈ ਨਾ, ਉਹਨੂੰ ਬਿਲਾਵਲ ਦੀ ਚੌਂਕੀ ਕਿਹਾ ਜਾਂਦਾ ਹੈ। ਜਿਹੜੀ ਕਹਿ ਲਓ ਵੀ ਉਹ ਅਸਲ ਵਿੱਚ 6 ਵਜੇ ਤੋਂ ਬਾਅਦ ਜਿਹੜੀ ਵੀ ਕੀਰਤਨ ਹੋਣਾ ਨਾ, 6 ਵਜੇ ਤੋਂ ਬਾਅਦ, ਕਿਉਂਕਿ ਆਸਾ ਦੀ ਵਾਰ ਦਾ ਹੁਣ ਸਮਾਂ 7 ਵਜੇ ਤੱਕ ਦਾ ਜਾਂ ਪੌਣੇ 6-7 ਵਜੇ ਤੱਕ ਦਾ ਇਹ ਅਰਦਾਸ ਹੋਣੀ ਹੈ। ਉਸ ਤੋਂ ਬਾਅਦ ਜਿਹੜੀ ਚੌਂਕੀ ਹੁੰਦੀ ਹੈ ਉਹਨੂੰ ਬਿਲਾਵਲ ਦੀ ਚੌਂਕੀ ਕਿਹਾ ਜਾਂਦਾ ਵੀ ਅੰਮ੍ਰਿਤ ਵੇਲੇ ਇੱਕ ਵਾਰੀ ਜਦੋਂ ਭੋਗ ਪੈ ਗਿਆ, ਭੋਗ ਪੈਣ ਤੋਂ ਬਾਅਦ ਆਸਾ ਦੀ ਵਾਰ ਤੋਂ ਬਾਅਦ ਜਿਹੜੀ ਸ਼ਬਦ ਚੌਂਕੀ ਹੁੰਦੀ ਹੈ ਉਹਨੂੰ ਬਿਲਾਵਲ ਦੀ ਚੌਂਕੀ ਕਿਹਾ ਜਾਂਦਾ। ਉਹ ਬਿਲਾਵਲ ਦੀ ਚੌਂਕੀ ਉਹਨਾਂ ਨੇ ਸੰਪੂਰਨ ਕੀਤੀ, ਭੋਗ ਪਾਇਆ, ਅਰਦਾਸ ਕੀਤੀ, ਤੇ ਉੱਥੇ ਸੰਪੂਰਨਤਾ ਹੋਈ ਜੀ। ਜੈ ਸਿੰਘਨਾ ਬੇਨਤੀ ਕੀਨਾ, ਸਕਲ ਕਲਾ ਸਮਰੱਥ ਪ੍ਰਵੀਨ। ਫਿਰ ਬਾਅਦ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਸਤਿਗੁਰੂ ਸਮਰੱਥ ਹੋ, ਪ੍ਰਵੀਨ ਹੋ, ਆਪ ਕਿਰਪਾ ਕਰਕੇ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ। ਹੁਣ ਸੰਗਤ ਜੀ ਜਿਵੇਂ ਬਿਲਾਵਲ ਦੀ ਚੌਂਕੀ ਦੱਸੀ ਨਾ, ਐਵੇਂ ਆਸਾ ਕੀ ਵਾਰ ਦੀ ਚੌਂਕੀ ਹੈ, ਆਨੰਦ ਸਾਹਿਬ ਦੀ ਵੀ ਚੌਂਕੀ ਹੈ। ਜਿਹੜਾ ਆਨੰਦ ਸਾਹਿਬ ਦਾ ਪਾਠ ਆਪਾਂ ਸੰਪੂਰਨਤਾ ਤੇ ਕਰਦੇ ਹਾਂ, ਉਹ ਆਨੰਦ ਸਾਹਿਬ ਦੀ ਚੌਂਕੀ ਕਹਿੰਦੇ ਨੇ। ਤੇ ਜਿਵੇਂ ਹੁਣ ਰਹਿਰਾਸ ਸਾਹਿਬ ਦਾ ਪਾਠ ਹੋਇਆ ਨਾ, ਤੇ ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਜਿਹੜਾ ਕੀਰਤਨ ਕੀਤਾ ਜਾਂਦਾ ਹੈ, ਰਹਿਰਾਸ ਸਾਹਿਬ ਦੇ ਪਾਠ ਤੋਂ ਪਹਿਲਾਂ ਉਹਨੂੰ ਸੋਦਰ ਦੀ ਚੌਂਕੀ ਕਹਿੰਦੇ। ਸੋਦਰ ਦੀ ਚੌਂਕੀ, ਇਸ ਤੋਂ ਬਾਅਦ ਫਿਰ ਆਰਤੀ, ਰਹਿਰਾਸ ਦੇ ਪਾਠ ਤੋਂ ਬਾਅਦ ਆਰਤੀ ਹੁੰਦੀ ਹੈ। ਇਹ ਕੀਰਤਨ ਦੇ ਜਿਹੜੇ ਨਾ
मतलब कह लो भी नियम ने। रहरास तो पहला सोदर की चौंकी है, फिर रहरास साहब का पाठ है, फिर आरती है, आरती होंगी है। इदा सवेरे अमृत वेले आसा की वार है, अरदास तो बाद जी चौंकी होंगी आसा की वार तो बाद उन्होंने बिलावल की चौंकी कहते हैं। ये कीर्तन के नियम के मुताबिक है। हुण ये सारा संपूर्णता तो बाद सिखां ने बेनती की, प्रवीण हो सूझवान हो सतगुरु, होर वार्ता इत्थे करके सुनाओ जी। धन मैं करियो खालसा वीर, सब ते उत्तम गुणी गहीर। कहते जी कलयुग दे विच खालसा सूरवीर ते प्रवीण तुसीं पैदा कीता है। बड़े सूरवीर योधे मैनू जापते ने कलयुग दे विच, ते उस गुण गहीर खालसे दी उत्तमता सुभा सारिਆਂ ਨੂੰ करके सुनाओ जी। सर्व श्रोवण खालसा रचियो पंथ सुखदाए। कहते सब तो श्रोमणी खालसा पंथ रचिया है, जिहड़ा किसी तरह दे कह रहे मिलावट तो रहत, निरोल खालसा, जिवें खालस कहते हैं किसी नूं शुद्ध, कहते शुद्ध ये खालसा रचिया जिहड़ा हरेक तरह दे भै भरम तो गंद आदक तो हरेक तरह की मिलावट तो रहत है जी। बेनिक गंदे धूमते जग में अधिक सुहाए। गंद गंदे तंबाकू तो बिना ये खालसा बगैर इन्हां चीज़ों तो बगैर इहदा जस बड़ा बहुत सोभ रहा, क्योंकि खालसे की बज्जर करैत दे विच मैं एक पुस्तक अज पढ़ रहा सी। सतगुरु कहते 4 बज्जर करैतां ने। पहला रूमां की बेअदबी नहीं होनी चाहिए, दूजा तंबाकू का सेवन, कुठा महासाधक, ते चौथा है पर स्त्री पर पुरुष का संग करना। देखो तो तंबाकू कला नहीं लिखिया, होर भी गांजा टोपी ताड़ी खाकू पता नहीं कितनी चीज़ां लिखिया ने उत्थे भी, शराब अफीम भंग आदि सब जिन्ने भी नशे वाली चीज़ है जिहड़ी शरीर कह दो भी नशे दे विच लै जांदी है, उन्हां सारियां चीज़ां नूं गुरु साहिब ने वर्जित कीता, सारियां चीज़ां नूं मना कीता भी खालसे ने ये चीज़ां दी तां वरतों कदी करनी होई नहीं। जिहड़ा करेगा नरोल खालसा कित्थों होएगा? नरोल खालसा पता केड़ा है? कहता भी खालसे ने अमल जिहड़ा रखना प्रशादे दा रखना। संगत जी जिहड़ा नरोल खालसा प्रशादे दा अमल रखदा है, प्रशादा छक के बाद जिन्ना समा आराम करने वास्ते चाहिए, क्योंकि शरीर है अमृत वेले जिहड़ा उठदा है वो थोड़ा समा दोपहर दे विच माड़ा मोटा आराम करदा है। कहते भी वो प्रशादा छक ही उन्होंने उहो जिहा शरीर उहदा निढाल हो जाता, बाकी किसी चीज़ का वो अमल नहीं करता। इस करके उन्होंने नरोल खालसा किया गया। खालसा खालस है, खालसा मेरा रूप है खास, खालसे में हो करो निवास। उस श्रोमणी खालसे की गल सतगुरु करते ने जी। परम सो प्रेम कर रहनी तो बिरतंत। कहते सिखा का बड़ा प्रेम है, पर परम रहनी दे बारे बिरतांत हुण सुनो। जिहड़ी रहनी आ रही है ना, सिख ने खालसा पंथ ने अपनी रहनी किवें दी रखनी है। एक है शख्सी रहनी, एक पंथक रहनी। शख्सी अपनी अपने आप दी, पंथक जिहड़ी पंथ विच विचरना है। आपां हर एक गल नूं कह दिंदे भी हाँ यह मर्यादा कि नहीं मर्यादा, वो जिन्होंने पता होगा ही दसेगा ना मर्यादा की है। हरेक नूं आपां कह दिंदे भी कोई मर्यादा विच है, ये एवें है एवें है। वो साडी पंथक रहनी दे विच वो गल्लां आउणगीਆਂ सारियां। शख्सी रहनी दे साडी भी असी गुरु नूं किन्ना क मनदे आ, असी पंज बाणियां दा नितनेम करदे आ, असी अमृत वेले उठदे आ। ये जो अपने नाल रिलेटेड है उन्होंने कहते हैं शख्सी रहनी। एक है पंथ नाल रिलेटेड भी आ काम पंथ दा है, आ काम पंथ ने करना है, आ इस तरह करना है, सारी संगत रल के करदी है, उन्होंने कहते हैं पंथक रहनी। ये वास्ते अपने को रहत मर्यादा दी पुस्तक भी है जो श्रोमणी गुरुद्वारा प्रबंधक कमेटी वालों छापी गई है, वो सारी रहनी दसी गई है। और इत्थे जिहड़ी रहनी गुरु साहिबाना दे समय जां गुरु पातशाह महाराज जी ने दसी, वो भी सरवण करो जी। जिसको देवे किम रहे
कैसे बरतों संत। ਕਹਿੰਦੇ ਵੀ ਦਾਨ ਕਿਸ ਨੂੰ ਦਈਏ, ਕਿਸ ਰਹਿਣੀ ਵਿੱਚ ਰਹੀਏ, ਸੰਤਾਂ ਨਾਲ ਕਿਵੇਂ ਦਾ ਵਰਤਾਰਾ ਕਰੀਏ, ਇਹ ਸਭ ਕੁਝ ਗੁਰੂ ਸਾਹਿਬ ਦੱਸ ਰਹੇ ਨੇ ਜੀ। गुरु कहे सुन खालसा केस पहुली मुक्त। ਗੁਰੂ ਜੀ ਨੇ ਕਿਹਾ ਹੈ ਖਾਲਸਾ ਜੀ ਸੁਣੋ, ਕੇਸ ਅਤੇ ਪਹੁਲ ਵਿੱਚ ਮੁਕਤੀ ਹੈ। ਕੇਸ ਰੱਖਣੇ ਜ਼ਰੂਰੀ ਨੇ। ਹੁਣ ਫਿਰ ਆਪਾਂ ਥੋੜਾ ਜਿਹਾ ਪਿੱਛੇ ਜਾਈਏ। ਗੁਰੂ ਸਾਹਿਬ ਨੇ ਕੀ ਕਿਹਾ, ਗੁਰੂ ਕੇ ਸਿੰਘ ਕੀ ਕਹਿੰਦੇ ਨੇ, ਕਹਿੰਦੇ ਵੀ ਖਾਲਸੇ ਨੇ ਪਰਮਾਤਮਾ ਦੇ ਦਿੱਤੇ ਹੋਏ ਰੂਪ ਨੂੰ ਬਦਲਣਾ ਨਹੀਂ, ਇਹਨੂੰ ਛੇਦਣਾ ਨਹੀਂ, ਇਹਨੂੰ ਭੰਡਣਾ ਨਹੀਂ। ਜਿਵੇਂ ਹਿੰਦੂ ਕਰਦੇ ਨੇ ਮੁੰਡਨ ਤੇ ਮੁਸਲਮਾਨ ਕਰਦੇ ਨੇ ਸੁੰਨਤ, ਕਹਿੰਦੇ ਵੀ ਇਹ ਕੰਮ ਖਾਲਸੇ ਨੇ ਨਹੀਂ ਕਰਨਾ, ਕਿਉਂਕਿ ਖਾਲਸਾ ਪ੍ਰਗਤੀ ਦੇ ਆਧਾਰ ਹੈ। ਕਿਸੇ ਸਵਾਲ ਦਾ ਜਵਾਬ ਸੀਗਾ, ਜੋ ਪਰਮਾਤਮਾ ਨੇ ਪੈਦਾ ਕੀਤਾ ਬਚਪਨ ਤੋਂ ਲੈ ਕੇ ਅਖੀਰ ਤੱਕ ਉਹਦੇ ਵਿੱਚ ਕੋਈ ਖੰਡਿਤ ਨਹੀਂ ਹੋਇਆ, ਤੇ ਉਹ ਰੂਪ ਕਿਹੜਾ ਨਿਕਲੇਗਾ, ਉਹ ਖਾਲਸੇ ਦਾ ਹੀ ਰੂਪ ਨਿਕਲੇਗਾ। ਕਹਿੰਦੇ ਪ੍ਰਥਮ ਜਿਹੜੀ ਰਹਿਤ ਹੈ ਕੇਸ ਔਰ ਖੰਡੇ ਦੀ ਪਹੁਲ, ਇਹ ਪ੍ਰਥਮ ਰਹਿਤ ਹੈ ਜੀ। खंडे की सब थे बड़ी कै चरणन की जुगत। ਖੰਡੇ ਦੀ ਪਹੁਲ ਸਭ ਤੋਂ ਉੱਤਮ ਹੈ, ਜਾਂ ਚਰਨਾਂ ਦੀ ਜੁਗਤ ਵਾਲੀ ਪਹੁਲ ਜੋ ਗੁਰੂ ਸਾਹਿਬਾਨਾਂ ਦੇ ਸਮੇਂ ਸੀ। ਹੁਣ ਇੱਥੇ ਚਰਨ ਪਹੁਲ ਦੱਸੀ, ਚਲੋ ਮੈਂ ਦੱਸ ਜਾਵਾਂ ਤੁਹਾਨੂੰ ਵੀ ਕੀ ਹੈ ਚਰਨ ਪਹੁਲ। ਅੰਮ੍ਰਿਤ ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਨੇ ਤਿਆਰ ਕੀਤਾ ਸੀ। ਉਸ ਤੋਂ ਪਹਿਲਾਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਗੁਰੂ ਦਸ਼ਮੇਸ਼ ਸਾਹਿਬ ਜੀ ਦੇ ਸਮੇਂ ਤੱਕ ਵੀ ਕਹਿ 10 ਗੁਰੂ ਸਾਹਿਬਾਨ ਜਿਹੜੇ ਹੋਏ ਨੇ, ਉਹਨਾਂ ਦੇ ਸੱਜੇ ਅੰਗੂਠੇ ਤੇ ਚਰਨ ਪੌਲ ਕੀ ਹੈ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਇਹ ਗੁਰਬਾਣੀ ਵਿੱਚ ਵੀ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਆਉਂਦਾ, ਚਰਨਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਸੱਜੇ ਅੰਗੂਠੇ ਤੇ ਧਿਆਨ ਨਾਲ ਸੁਣਿਓ, ਚਰਨ ਪੌਲ ਕੀ ਹੈ, ਫਿਰ ਅੰਮ੍ਰਿਤ ਦੀ ਬਾਅਦ ਵਿੱਚ ਗੱਲ ਆਵੇ। ਚਰਨ ਪੌਲ ਗੁਰੂ ਦੇ ਸੱਜੇ ਅੰਗੂਠੇ ਤੇ ਜਲ ਪਾਇਆ ਜਾਂਦਾ ਸੀ, ਫਿਰ ਉਹਦੇ ਉੱਤੇ ਜਪ, ਬਾਣੀ ਦੀਆਂ 5 ਪੌੜੀਆਂ ਪੜੀਆਂ ਜਾਂਦੀਆਂ ਸਨ, ਜਪ ਕਹਿੰਦੇ ਸੀ। ਜਪਜੀ ਸਾਹਿਬ ਤੇ ਸਤਿਕਾਰ ਵਜੋਂ ਲੈਂਦੇ ਆ ਨਾ ਆਪਾਂ ਨਾਮ। ਗੁਰੂ ਸਾਹਿਬਾਨਾਂ ਦੇ ਸਮੇਂ ਉਹ ਬਾਣੀ ਨੂੰ ਕੇਵਲ ਜਪ ਕਹਿੰਦੇ ਸੀ, ਜਪਜੀ ਵੀ ਨਹੀਂ ਸੀ। ਇਹ ਤਾਂ ਗੁਟਕਿਆਂ ਦੇ ਉੱਤੇ ਲਿਖਿਆ ਹੈ ਨਾ ਜਪਜੀ ਸਾਹਿਬ, ਤੇ ਅਸੀਂ ਉਹੀ ਪ੍ਰਚਲਿਤ ਕਰਤਾ, ਪ੍ਰਚਲਿਤ ਹੋ ਗਿਆ ਹੁਣ ਬਹੁਤ ਜ਼ਿਆਦਾ। ਹੁਣ ਜਿੰਨਾ ਮਰਜ਼ੀ ਅਸੀਂ ਕਹਿ ਦੇ ਵੀ ਬਾਣੀ ਨੂੰ ਜਪ ਕਹੋ, ਲਿਖਿਆ ਵੀ ਹੋਇਆ ਜਪ, ਆਲਸਾ ਜੁਗਾ ਸੱਚਾ ਪੀਸਾ ਨਾਨਕ ਹੋਸੀ ਪੀਸ, ਜਪ ਲਿਖਿਆ ਨਾ ਬਾਣੀ ਦਾ ਨਾਮ ਬਿਲਕੁਲ ਸਪਸ਼ਟ ਲਿਖਿਆ ਜਪ। ਉਹ ਕੀ ਕਹਿੰਦੇ ਸਨ, ਅੰਗੂਠੇ ਤੇ ਜਲ ਪਾ ਲੈਣਾ ਤੇ ਉਹਦੇ ਤੇ 5 ਪੌੜੀਆਂ ਜਪ ਬਾਣੀ ਦੀਆਂ ਪੜ੍ਹਨੀਆਂ, ਜਪਜੀ ਸਾਹਿਬ ਦੇ। ਧਿਆਨ ਨਾਲ ਸੁਣਿਓ ਸੰਗਤ ਜੀ, ਜਪਜੀ ਸਾਹਿਬ ਨਹੀਂ, ਉਹ ਕਹਿੰਦੇ ਸੀ ਜਪ ਬਾਣੀ ਦੀਆਂ 5 ਪੌੜੀਆਂ ਪੜ੍ਹਨੀਆਂ ਨੇ, ਤੀਰਥ ਨਾਵਾਂ ਤੋਂ ਪਹਿਲਾਂ ਵਾਲੀ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ, ਉਹ 5 ਪੌੜੀਆਂ ਤੱਕ ਜਪ ਬਾਣੀ ਪੜ੍ਹਨੀ ਹੈ। ਫਿਰ ਉਹ ਕੀ ਬਣ ਗਿਆ, ਉਹ ਚਰਨਾ ਅੰਮ੍ਰਿਤ ਬਣ ਗਿਆ। ਹੁਣ ਧਿਆਨ ਦੇਣਾ ਇੱਥੇ ਇੱਕ ਜਿਹੜੀ ਗੱਲ ਵਿਸ਼ੇਸ਼ ਹੈ। ਵਿਸ਼ੇਸ਼ ਗੱਲ ਕੀ ਹੈ ਕਿ ਗੁਰੂ ਨੇ ਸੱਜੇ ਅੰਗੂਠੇ ਦੇ ਉੱਤੇ ਜਲ ਪਾਇਆ, ਉਹ ਸਿਰਫ ਨਾਂ ਹੈ, ਚਰਨ ਹੈ। ਅੰਮ੍ਰਿਤ ਕਿਵੇਂ ਬਣਿਆ, ਜਿਹੜੀਆਂ 5 ਪੌੜੀਆਂ ਜਪ ਬਾਣੀ ਦੀਆਂ ਪੜੀਆਂ ਨੇ ਤਾਂ ਉਹ ਅੰਮ੍ਰਿਤ ਬਣਿਆ। ਗੁਰੂ ਸਾਹਿਬ ਜੀ ਨੇ ਬਾਟੇ ਵਿੱਚ ਜਲ ਪਾਇਆ, ਖੰਡਾ ਜਲ ਦੇ ਵਿੱਚ ਫੇਰਦੇ ਪਏ ਨੇ, ਪਰ ਅੰਮ੍ਰਿਤ ਕਿਵੇਂ ਬਣਿਆ, ਫੇਰ ਤੋਂ ਧਿਆਨ ਦਿਓ, ਅੰਮ੍ਰਿਤ ਕਿਵੇਂ ਬਣਿਆ, ਜਦੋਂ ਉਹਦੇ ਤੇ 5 ਬਾਣੀਆਂ ਦਾ ਜਾਪ ਕੀਤਾ ਫਿਰ ਉਹ ਅੰਮ੍ਰਿਤ ਬਣਿਆ। ਠੀਕ ਹੈ ਕਿ ਨਹੀਂ? ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕੈ ਸੇਵਕ ਜਨ ਮਨ ਪਰਦਾ ਖਾਨ ਵਿਸਤਾਰੇ। ਗੁਰਬਾਣੀ ਵਿੱਚ ਸਾਰੇ ਅੰਮ੍ਰਿਤ ਨੇ। ਉਹ ਚਰਨਾ ਅੰਮ੍ਰਿਤ ਬਣਿਆ, ਦੂਜਾ ਖੰਡੇ ਬਾਟੇ ਦੀ ਪੌਲ ਵਾਲਾ ਅੰਮ੍ਰਿਤ ਬਣਿਆ, ਪਰ ਬਾਣੀ ਨੇ ਹੀ ਅੰਮ੍ਰਿਤ ਬਣਾਇਆ, ਨਹੀਂ ਤੇ ਉਹ ਸਧਾਰਨ ਜਲ ਸੀ। ਗੁਰੂ ਕਹਿੰਦਾ ਮੇਰੇ ਚਰਨਾਂ ਦੇ ਉੱਤੋਂ ਝੁਆ ਕੇ ਦੇ ਦਿਓ, ਇਹਦੇ ਵਿੱਚ ਬਾਣੀ ਪੜ੍ਹਨ ਦੀ ਕੀ ਲੋੜ ਹੈ? ਨਹੀਂ,
ਅੰਮ੍ਰਿਤ ਤੇ ਤਾਂ ਹੀ ਬਣੇਗਾ ਨਾ ਜੇ ਬਾਣੀ ਪੜੀ ਜਾਏ। ਹੁਣ ਸੰਗਤ ਜੀ ਕਿਸੇ ਦੇ ਘਰੇ ਜਲ ਰੱਖਿਆ ਹੁੰਦਾ ਕੁੰਭ ਦੇ ਵਿੱਚ, 3 ਦਿਨ ਬਾਣੀ ਪੜੀ ਜਾਂਦੀ ਹੈ ਤੇ ਉਹਨੂੰ ਕੀ ਕਹਿੰਦੇ ਨੇ? ਕੁੰਭ ਵਾਲਾ ਅੰਮ੍ਰਿਤ ਲੈ ਲਓ। ਕਈ ਜਲ ਕਹਿੰਦੇ ਨੇ, ਕਈ ਅੰਮ੍ਰਿਤ ਹੀ ਕਹਿੰਦੇ ਨੇ। ਵਾਕਈ ਸਹੀ ਗੱਲ ਹੈ, ਜੇ ਬਾਣੀ ਪੜੀਏ ਤੇ ਅੰਮ੍ਰਿਤ। ਸੋ ਸੰਗਤ ਜੀ, ਇਹ ਖੰਡੇ ਬਾਟੇ ਦੀ ਪਾਵਲ ਤੇ ਚਰਨਾਮ੍ਰਿਤ, ਇਹ ਫਰਕ। 5 ਚੂਲੇ ਫਿਰ ਛਕਾਏ ਜਾਂਦੇ ਸਨ। ਗੁਰੂ ਸਾਹਿਬਾਨਾਂ ਨੇ 5 ਚੂਲੇ ਸਾਰਿਆਂ ਨੂੰ ਛਕਾਉਣੇ, ਉਹਨਾਂ ਨੂੰ 5 ਪ੍ਰਮਾਣਤਾ ਦੇਣੀ, 5 ਦੇ ਅਧੀਨ ਕਰਨਾ, ਉਹਨਾਂ ਨੂੰ ਬਹੁਤ ਸਿਰਮੌਰਤਾ ਸੰਗਤ ਜੀ ਦਿੱਤੀ ਜਾਂਦੀ ਸੀ। ਪਹਿਲਾਂ ਚਰਨਾਮ੍ਰਿਤ, ਫਿਰ 5 ਪਾਸੋਂ ਖੰਡੇ ਦੀ ਪਾਵਲ। ਇਹ ਕਹਿੰਦੇ ਜ਼ਰੂਰੀ ਹੈ ਕਿ ਖਾਲਸੇ ਪੰਥ ਵਾਸਤੇ। ਸੋ ਸੰਗਤ ਜੀ, ਬਾਕੀ ਜੋ ਰਹਿਤਾਂ ਨੇ ਉਹ ਇਹ ਤੋਂ ਬਾਅਦ ਆਉਂਦੀਆਂ ਨੇ। ਪਹਿਲਾਂ ਖੰਡੇ ਦੀ ਪਾਵਲ ਜਾਂ ਜੋ ਵੀ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਖਾਲਸਾ ਪੰਥ ਦੇ ਰਾਹੀਂ, ਉਹ ਜ਼ਰੂਰ ਗੁਰੂ ਕੇ ਸਿੱਖਾਂ ਨੇ ਛਕਣਾ ਤੇ ਤਾਂ ਹੀ ਅਗਲੀ ਰਹਿਤ ਦਾ ਤੇ ਫੇਰ ਹੀ ਪਤਾ ਲੱਗੇਗਾ ਨਾ ਵੀ ਹਾਂ। ਕਈ ਵਾਰੀ ਗੁਰਸਿੱਖਾਂ ਦੇ ਵਿੱਚ ਨਾ ਕੱਚ ਪੱਕ ਹੁੰਦੀ ਹੈ ਵੀ ਹਾਂ ਜੇ ਮਨ ਬਣਦਾ। ਅੰਮ੍ਰਿਤ ਛਕਾਉਣ ਲੱਗਿਆ 5 ਪਿਆਰੇ ਗੱਲ ਜ਼ਰੂਰ ਕਹਿੰਦੇ ਨੇ ਵੀ ਇੱਕ ਵਾਰੀ ਮਨ ਪੱਕਾ ਕਰ ਲਓ, ਕਿਤੇ ਕੋਈ ਘਾਟ ਵਾਧ ਨਾ ਰਵੇ, ਕਿਤੇ ਕੋਈ ਊਣਤਾ ਹੀ ਨਾ ਰਵੇ, ਕਿਤੇ ਕੋਈ ਕੱਚ ਪੱਕ ਨਾ ਹੋਵੇ। ਜੇ ਕੱਚ ਪੱਕ ਆ ਤੇ ਫਿਰ ਨਾ ਛਕ ਕਹਿ ਦਿੰਦੇ ਨੇ। ਜੇ ਪੂਰਨ ਰੂਪ ਵਿੱਚ ਮਨ ਬਣਿਆ ਵੀ ਹੁਣ ਗੁਰੂ ਵਾਲੇ ਹੋ ਜਾਣਾ, ਦੁਬਾਰਾ ਨਹੀਂ ਤੋੜਨਾ। ਕਈ ਵਾਰੀ ਦੇਖਿਆ ਸੰਗਤ ਜੀ, ਚਲੋ ਗੱਲ ਕਹਿਣੀ ਨਹੀਂ ਚਾਹੀਦੀ ਵੀ ਹਾਂ ਅਸੀਂ ਕਹਿੰਦੇ ਵੀ ਚਲੋ ਜੇ ਨਾ ਹੋਇਆ ਤੇ 40 ਕੁ ਦਿਨ ਤਾਂ ਅਸੀਂ ਰੱਖਾਂਗੇ। 40 ਕੁ ਦਿਨ ਦਾ ਅੰਮ੍ਰਿਤ ਰੱਖਣਾ ਨਹੀਂ, ਇਹਦੇ ਨਾਲ ਤੇ ਨਾ ਹੀ ਮਨ ਬਣੇ। ਜੇ ਮਨ ਬਣੇ ਤੇ ਪੂਰਾ ਗੁਰੂ ਨੂੰ ਸਮਰਪਿਤ ਹੋ ਜਾਈਏ, ਵਿਸ਼ਵਾਸ ਨਿਕਲ ਜਾਣ। ਪਰ ਸੰਗਤ ਜੀ, ਇਹ ਅੰਮ੍ਰਿਤ ਦੀ ਦਾਤ ਜਿਹੜੀ ਇਹ ਛੁੱਟੇ ਨਾ, ਬਾਣੀ ਕਦੇ ਛੁੱਟੇ ਨਾ। ਪਰ ਗੁਰੂ ਇਹ ਵੀ ਕਹਿੰਦਾ ਜੇ 5 ਬਾਣੀਆਂ ਦਾ ਨਿਤਨੇਮ ਕਰੋਗੇ ਤੇ ਅੰਮ੍ਰਿਤ ਜਿਹੜਾ ਨਾ, ਅੰਮ੍ਰਿਤ ਦੀ ਪਰਪੱਕਤਾ ਰਹੇਗੀ ਅੰਦਰ ਵੀ ਹਾਂ ਠੀਕ ਹੈ, ਤੁਹਾਡੇ ਅੰਦਰ ਅੰਮ੍ਰਿਤ ਛਕਿਆ ਹੋਇਆ, ਤੁਸੀਂ ਪਰਪੱਕ ਹੋ ਇਸ ਗੱਲ ਦੇ ਵਿੱਚ। ਪਰ ਜੇਕਰ ਕੱਚ ਆ ਜਾਂ ਕੋਈ ਘਾਟਵਾਦ ਆ, ਉਹਦੇ ਤੋਂ ਆਪਣੇ ਆਪ ਨੂੰ ਜ਼ਰੂਰ ਸੰਗਤ ਜੀ ਬਚਾਉਣ ਦਾ ਯਤਨ ਕਰੀਏ। ਆਓ ਅਗਲੀਆਂ ਵਿਚਾਰਾਂ ਆਪ ਜੀ ਨਾਲ ਕੱਲ੍ਹ ਨੂੰ ਸਾਂਝੀਆਂ ਕਰਾਂਗੇ। ਇੰਨੀ ਕੁ ਬੇਨਤੀ ਸੰਗਤ ਜੀ ਪ੍ਰਵਾਨ ਕਰੋ। ਆਓ ਆਪਾਂ ਸਾਰੇ ਮਿਲ ਕੇ ਵਾਹਿਗੁਰੂ ਮੰਤਰ ਦਾ ਜਾਪ ਕਰੀਏ ਜੀ। ਸੰਗਤਾਂ ਇੱਥੇ ਹੀ ਇਤਿਹਾਸ ਨੂੰ ਆਪਾਂ ਇੱਥੇ ਸਰਗੋਜ ਕਰਦੇ ਹਾਂ। ਬੇਨਤੀ ਸੰਗਤ ਜੀ ਪ੍ਰਵਾਨ ਕਰਨੀ। ਸਰਵਾ ਸੰਗਤਾਂ ਦਾ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਪਾਤਸ਼ਾਹ ਗੁਰੂ ਸੰਗਤ ਬਖਸ਼ਣ ਯੋਗ ਹਨ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਗ੍ਰੰਥ ਸਾਹਿਬ